मेरे राम राए तू संतां का संत तेरे, मेरे राम राए तू संतां का संत तेरे। फरवरी इसे साल ਦੀ ਕਿ ਜਿਹੜੇ 28 ਮੁਲਕ ਦੇ ਮੈਂਬਰਸ ਨੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕਿਸੇ ਦੀ ਦਸਤਾਰ ਜਿਹੜੀ ਹੈ ਉਤਾਰ ਕੇ ਚੈੱਕ ਨਹੀਂ ਕਰੋਗੇ। ਉਹਦੇ ਲਈ ਹੋਰ ਵੀ ਤੁਹਾਡੇ ਕੋਲ ਰਸਤੇ ਨੇ, ਉਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਜਿੱਥੇ ਤੱਕ ਮੇਰਾ ਤਾਲੁਕ ਹੈ, ਅਕਾਲੀ ਦਲ ਦਾ ਤਾਲੁਕ ਹੈ, ਮੈਂ ਤੁਹਾਨੂੰ 68 ਦੀ ਗੱਲ ਦੱਸੀ ਹੈ, 69 ਦੀ ਗੱਲ ਦੱਸੀ ਹੈ। 82 ਦੇ ਵਿੱਚ ਮੈਨੂੰ ਯਾਦ ਹੈ ਇੱਕ ਬੱਚਾ ਸਰਬਜੀਤ ਦੇ ਨਾਂ ਦਾ, ਉਸ ਨੂੰ ਇੰਗਲੈਂਡ ਇੱਕ ਸਕੂਲ ਦੇ ਵਿੱਚੋਂ ਕੱਢਿਆ ਗਿਆ ਸੀ। ਮਾਰਗਰਟ ਥੈਚਰ ਉਸ ਵੇਲੇ ਉੱਥੋਂ ਦੀ ਪ੍ਰਧਾਨ ਮੰਤਰੀ ਸੀ। ਵੀ ਟੁੱਕ ਅਪ ਦਿਸ ਇਸ਼ੂ ਔਰ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਐਜੀਟੇਸ਼ਨ ਅਸੀਂ ਛੇੜ ਦਿੱਤੀ। I got a personal letter from Margaret Thatcher and that boy was allowed to go to the school. ਮੈਂ ਸਮਝਦਾ ਵਾਂ ਕਿ ਸਾਨੂੰ ਇੱਕ ਤੇ ਇਸ ਤੇ ਅਵੇਅਰਨੈਸ ਲਿਆਉਣੀ ਬੜੀ ਜ਼ਰੂਰੀ ਹੈ, ਆਪਣੇ ਬੱਚਿਆਂ ਦੇ ਵਿੱਚ ਔਰ ਆਪਣੇ ਵਿੱਚ ਦੋ ਪਾਸੇ ਕੰਮ ਕਰਨਾ ਪਏਗਾ। ਆਪਸ 'ਚ ਯੂਨਿਟੀ ਚਾਹੀਦੀ ਹੈ। ਇੱਥੇ ਆਪਾਂ ਹਾਲ 'ਚ ਜਿੰਨੇ ਬੰਦੇ ਬੈਠੇ ਹਾਂ, ਜ਼ਰੂਰੀ ਨਹੀਂ ਕਿ ਆਪਾਂ ਇੱਕੋ ਪੋਲੀਟੀਕਲ ਸਾਂਝ ਦੇ ਹੋਈਏ। ਹਰੇਕ ਦੀ ਵੱਖਰੀ ਵੱਖਰੀ ਸਾਂਝ ਹੈ। ਤੁਸੀਂ ਕਿਸੇ ਪਾਰਟੀ ਤੋਂ ਹੋ ਸਕਦੇ ਹੋ, ਮੈਂ ਕਿਸੇ ਪਾਰਟੀ ਤੋਂ ਹੋ ਸਕਦਾ, ਮੈਂ ਕਿਸੇ ਨੂੰ ਸਪੋਰਟ ਕਰ ਸਕਦਾ ਵਾਂ, ਲੇਕਿਨ ਜਦੋਂ ਧਰਮ ਦਾ ਮਸਲਾ ਆ ਜਾਵੇ ਉਦੋਂ ਅਸੀਂ ਇੱਕ ਹਾਂ। ਉਦੋਂ ਸਾਡੀ ਕੋਈ ਪੋਲੀਟੀਕਲ ਪਾਰਟੀ ਨਹੀਂ, ਉਦੋਂ ਸਾਡਾ ਕੋਈ ਧੜਾ ਨਹੀਂ। ਉਦੋਂ ਦਸਤਾਰ ਦੀ ਗੱਲ ਹੈ, ਗੁਰੂ ਦੀ ਗੱਲ ਹੈ, ਗੁਰੂ ਨੇ ਸਾਨੂੰ ਸਾਜਿਆ। ਅਤੇ ਜੇ ਆਪਾਂ ਆਪਣੀ ਹਸਤੀ ਨੂੰ ਨਹੀਂ ਅਸੀਂ ਪ੍ਰੋਟੈਕਟ ਕਰ ਸਕਦੇ ਤੇ ਫਿਰ ਸਾਡੇ ਗੁਰੂਆਂ ਨੇ ਤੇ ਤਿਲਕ ਜਨੇਊ ਜਿਹੜਾ ਸਾਰੀ ਉਮਰ ਧਾਰਨ ਨਹੀਂ ਕੀਤਾ ਸੀ, ਉਹਦੇ ਕਰਕੇ ਸ਼ਹਾਦਤ ਦੇ ਦਿੱਤੀ ਸੀ। ਤੇ ਤਿਲਕ ਜਨੇਊ ਦੇ ਰੱਖਿਆ ਵਾਸਤੇ ਸਾਡੇ ਗੁਰੂਆਂ ਨੇ ਜਾਨਾਂ ਦਿੱਤੀਆਂ। ਤੇ ਆਪਾਂ ਕਿਹੜੇ ਗੁਰੂ ਦੇ ਸਿੱਖ ਆ ਜੇ ਅਸੀਂ ਆਪਣੀ ਆਇਡੈਂਟੀਟੀ ਵਾਸਤੇ ਨਹੀਂ ਕਰ ਸਕਦੇ। ਮੈਂ ਸਮਝਦਾ ਪਹਿਲੀ ਗੱਲ ਮੈਂ ਕੀਤੀ ਆਪਸ ਦੇ ਵਿੱਚ ਇਕੱਠ ਦੀ, ਸਾਰੇ ਧੜੇਬਾਜ਼ੀਆਂ ਛੋੜ ਕੇ। ਇੱਥੇ ਹੁੰਦਾ ਕੀ ਹੈ, ਸਟੇਜਾਂ 'ਤੇ ਮੈਂ ਸੁਣਦਾ, ਆਪ ਜਾ ਕੇ ਦੇਖਦਾ, ਇਲਜ਼ਾਮ ਲੱਗਦੇ ਨੇ SGPC ਨੇ ਕੁਛ ਨਹੀਂ ਕੀਤਾ, ਦਿੱਲੀ ਕਮੇਟੀ ਨੇ ਕੁਛ ਨਹੀਂ ਕੀਤਾ, ਬਾਦਲ ਸਰਕਾਰ ਨੇ ਕੁਛ ਨਹੀਂ ਕੀਤਾ। ਮੈਂ ਸਮਝਦਾ ਕਿ ਜਦੋਂ ਤੁਸੀਂ ਤੁਰੋਗੇ ਨਾ ਤਾਂ ਸਾਰਿਆਂ ਨੂੰ ਤੁਰਨਾ ਪਏਗਾ। ਔਰ ਮੈਂ ਜਿਹੜੀਆਂ ਗੱਲਾਂ ਤੁਹਾਨੂੰ 1968 ਤੋਂ ਦੱਸ ਰਿਹਾ, ਜਦੋਂ ਮੈਂ 10 ਸਾਲ ਤੋਂ, ਤੇ ਉਹ ਅਕਾਲੀ ਦਲ ਨੇ ਕੀਤਾ, ਜਿਹੜੀਆਂ ਮੇਰੇ ਆਪਣੇ ਹੱਡ ਬੀਤੀਆਂ ਨੇ। ਤੇ ਇਸ ਕਰਕੇ ਆਪਾਂ ਇਲਜ਼ਾਮ ਲਾਉਣ ਦੀ ਬਜਾਏ ਅੱਗੇ ਤੁਰਨ ਦੀ ਗੱਲ ਕਰੀਏ। ਜਦੋਂ ਅੱਗੇ ਤੁਰਾਂਗੇ, ਇੱਕ ਬੰਦਾ ਤੁਰੂਗਾ ਤਾਂ ਹੌਲੀ ਹੌਲੀ ਕਾਫਲਾ ਬਣਦਾ ਜਾਏਗਾ ਔਰ ਅਸੀਂ ਆਪਣੇ ਮਿਸ਼ਨ ਤੇ ਪਹੁੰਚਾਂਗੇ। ਸੋ ਬਲੇਮ ਗੇਮ ਨੂੰ ਖਤਮ ਕਰਕੇ ਅਸੀਂ ਆਪਣਾ ਆਇਡੈਂਟੀਫਾਈ ਕਰੀਏ, ਸਾਡਾ ਟਾਰਗੇਟ ਕੀ ਹੈ, ਉਸ ਪਾਸੇ ਨੂੰ ਤੁਰੀਏ ਔਰ ਸਾਰੇ ਇਕੱਠੇ ਹੋ ਕੇ ਤੁਰੀਏ। ਸਕਸੈਸ ਜ਼ਰੂਰ ਮਿਲੇਗੀ, ਟਾਈਮ ਲੱਗੇਗਾ। ਫਰਾਂਸ ਦੀ ਪ੍ਰੋਬਲਮ ਸਾਰਿਆਂ ਨੂੰ ਪਤਾ ਹੈ। ਗੁਰਦਿਆਲ ਸਿੰਘ ਉਹਨਾਂ ਦੀ ਟੀਮ ਔਰ ਇੱਥੇ ਸਾਡੇ ਬਜ਼ੁਰਗ ਹੁਣੇ ਬੋਲ ਕੇ ਗਏ ਨੇ, ਮੇਰੇ ਪਿਤਾ ਦੇ ਪੁਰਾਣੇ ਸਾਥੀ ਨੇ, ਕਿੱਡੀ ਪੁਰਾਣੀ ਲੜਾਈ ਲੜਦੇ ਪਏ ਨੇ ਔਰ ਇੱਥੇ ਕਾਨੂੰਨ ਬਣ ਚੁੱਕਾ ਹੈ। UNO ਦੀ ਡਾਇਰੈਕਸ਼ਨਸ ਆਉਣ ਤੋਂ ਬਾਵਜੂਦ ਵੀ ਉਸ ਨੂੰ ਅਮੈਂਡ ਕਰਨਾ ਬੜਾ ਔਖਾ ਹੈ। ਬਟ ਵੀ ਹੈਵ ਟੂ ਕੰਟੀਨਿਊ ਆਰ ਫਾਈਟ ਔਰ ਕਿਤੇ ਨਾ ਕਿਤੇ ਸਾਨੂੰ ਸਕਸੈਸ ਜ਼ਰੂਰ ਮਿਲੇਗੀ। ਇਹ ਤਾਂ ਇੱਕ ਪੱਖ ਹੋ ਗਿਆ। ਦੂਜਾ ਪੱਖ, ਬੜੀ ਸੋਹਣੀ ਗੱਲ ਕਿਸੇ ਸਪੀਕਰ ਨੇ ਕਹੀ ਸੀਗੀ ਕਿ ਸਾਨੂੰ ਐਜੂਕੇਟ ਕਰਨ ਦੀ ਲੋੜ ਹੈ। ਔਰ ਮੈਂ ਸਮਝਦਾ ਵਾਂ ਕਿ ਇਹਦੀ ਤੇ ਸਭ ਤੋਂ ਵੱਡੀ ਅਗਰ ਕੋਈ ਜ਼ਿੰਮੇਵਾਰੀ ਆਉਂਦੀ ਹੈ ਤਾਂ ਦਿੱਲੀ ਗੁਰਦੁਆਰਾ ਕਮੇਟੀ 'ਤੇ ਆਉਂਦੀ ਹੈ। ਮੈਂ ਇਹਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਣੇ 'ਤੇ ਰਿਸਪੌਂਸਿਬਿਲਿਟੀ ਲੈਣਾ ਕਿ ਦਿੱਲੀ ਦੇ ਵਿੱਚ 170 ਦੇ ਕਰੀਬ ਮੁਲਕਾਂ ਦੀਆਂ ਅੰਬੈਸੀਜ਼ ਨੇ, ਸਫਾਰਤਖਾਨੇ ਨੇ। ਸਾਨੂੰ ਆਪਣਾ ਕਲਚਰ, ਆਪਣਾ ਲਿਟਰੇਚਰ, ਆਪਣੀ ਜੋ ਸਾਡੀ ਤਹਿਜ਼ੀਬ ਹੈ, ਜੋ ਗੁਰੂਆਂ ਦੀ ਵਿਰਾਸਤ ਹੈ, ਇਸ ਨੂੰ ਡਿਫਰੈਂਟ ਲੈਂਗੁਏਜਿਸ ਦੇ ਵਿੱਚ ਔਰ ਬਹੁਤ ਸ਼ਾਰਟ ਦੇ ਵਿੱਚ ਉਹਨਾਂ ਨੂੰ ਆਪਣੇ ਆਇਡੈਂਟੀਟੀ ਬਾਰੇ ਦੱਸਣਾ ਚਾਹੀਦਾ ਹੈ। ਪਿੱਛੇ ਅਮਰੀਕਾ 'ਚ ਪ੍ਰੋਬਲਮ ਹੋਈ ਸੀ, ਸਾਡਾ ਡੈਲੀਗੇਸ਼ਨ ਗਿਆ, ਅਮਰੀਕਨ ਅੰਬੈਸਡਰ ਜਿਹੜਾ ਇੰਡੀਆ ਸੀਗੇ ਬਹੁਤ ਕਾਈਂਡ ਸੀ, ਉਹਨਾਂ ਨੇ ਸਾਨੂੰ ਪੂਰਾ ਸਮਾਂ ਦਿੱਤਾ ਔਰ ਦੱਸਿਆ ਕਿ ਇਹ ਪ੍ਰੋਬਲਮ ਜਿਹੜੀ ਹੈ ਅਸੀਂ ਇਹਦਾ ਹੱਲ ਕੱਢਦੇ ਪਏ ਹਾਂ। ਮੈਂ ਅਮਰੀਕਾ ਗਿਆ ਸੀ ਅੱਜ ਤੋਂ ਕੋਈ 2 ਸਾਲ ਪਹਿਲੇ, ਤੇ ਨਿਊ ਜਰਸੀ ਜਿਹੜਾ ਏਅਰਪੋਰਟ ਹੈ, ਅੱਗੇ ਕਦੀ ਨਹੀਂ ਰੁਕਿਆ, ਬੜੀ ਵਾਰੀ ਗਿਆ। ਉਸ ਦਿਨ 4 ਘੰਟੇ ਮੈਨੂੰ ਏਅਰਪੋਰਟ 'ਤੇ ਬਿਠਾਈ ਰੱਖਿਆ। ਮੈਂ ਅੰਬੈਸਡਰ ਸਾਹਿਬ ਨੂੰ ਕਿਹਾ ਕਿ ਮੈਨੂੰ 4 ਘੰਟੇ ਦੀ ਬਜਾਏ 40 ਘੰਟੇ ਵੀ ਬਿਠਾ ਲੈਂਦੇ। ਉਹ ਆਪਣੇ ਲੱਗੇ ਸੀ, ਮੇਰਾ ਕਹਿੰਦੇ ਤੁਹਾਡਾ ਕਿਸੇ ਨਾਲ ਨਾਮ ਮਿਲਦਾ, ਦੇ ਵਰ ਗੋਇੰਗ ਥਰੂ ਸਮ ਰਿਪੋਰਟਸ ਔਰ ਇਨਵੈਸਟੀਗੇਟ ਕਰਦੇ ਪਏ ਸੀ। ਲੇਕਿਨ ਮੈਂ ਕਿਹਾ ਉੱਥੇ ਮੇਰੀ ਦਸਤਾਰ ਨੂੰ ਹੱਥ ਨਹੀਂ ਲਾਇਆ, ਇਸ ਲਈ ਮੈਨੂੰ ਕੋਈ ਦਿੱਕਤ ਨਹੀਂ। ਮੇਰੀ ਦਸਤਾਰ ਲਾਉਣ ਨੂੰ ਕਹਿੰਦੇ ਮੈਨੂੰ ਦਿੱਕਤ ਹੋ ਜਾਂਦੀ, ਕਿਉਂਕਿ ਦਸਤਾਰ ਦੀ ਅਹਿਮੀਅਤ ਹੈ। ਫਿਰ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਇੱਕ ਐਸਾ ਕੈਮੀਕਲ ਲੱਭਿਆ
ਕਿ ਜਿਸ ਨੂੰ ਆਪਣੇ ਆਪ ਤੁਸੀਂ ਹੱਥ 'ਤੇ ਲਾਓ, ਅਸੀਂ ਤੁਹਾਡੇ ਹੱਥ ਵੀ ਨਹੀਂ ਲਗਾਉਂਦੇ, ਔਰ ਉਸ ਨੂੰ ਪੱਗ ਨਾਲ ਟੱਚ ਕਰੋ, ਅਗਰ ਉਸ ਦਾ ਕਲਰ ਚੇਂਜ ਹੁੰਦਾ ਤਾਂ ਦੈਟ ਮੀਨਸ ਦੇਅਰ ਇਜ਼ ਸਮਥਿੰਗ ਰੋਂਗ ਐਂਡ ਵੀ ਕੈਨ ਗੋ ਹੈਡ। ਜਿੱਥੇ ਸਿਕਿਉਰਿਟੀ ਰੀਜ਼ਨ ਹੈ, ਯੈਸ ਉਹਨਾਂ ਕੋਲ ਰਾਈਟ ਹੈ, ਉਹਨਾਂ ਕੋਲ ਸਪੈਸੀਫਿਕ ਇਨਫੋਰਮੇਸ਼ਨ ਹੈ, ਉਹਨਾਂ ਕੋਲ ਰਾਈਟ ਹੈ, ਕਿਉਂਕਿ ਅਸੀਂ ਸਿਕਿਉਰਿਟੀ ਦੇ ਨਾਲ ਖਿਲਵਾੜ ਨਹੀਂ ਕਰ ਸਕਦੇ। ਲੇਕਿਨ ਤੁਸੀਂ ਰੂਟੀਨ ਬਣਾ ਲਓ, ਤੁਸੀਂ ਇਹ ਬਣਾ ਲਓ ਕਿ ਤੇਰੀ ਸ਼ਕਲ ਪਸੰਦ ਨਹੀਂ ਆ, ਤੁਸੀਂ ਕਿੱਦਾਂ ਦੇ ਲੱਗਦੇ ਹੋ, ਇਹੋ ਜਿਹੇ ਹਾਲਾਤ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਇਸ ਵਾਸਤੇ ਜਿਹੜੀ ਲੜਾਈ ਲੜਨੀ ਪਏਗੀ ਉਸ ਨੂੰ ਅਸੀਂ ਪੂਰੀ ਤਰ੍ਹਾਂ ਲੜਾਂਗੇ। ਕੁਝ ਗੱਲਾਂ ਅੱਜ ਅਸੀਂ ਅੰਬੈਸਡਰ ਸਾਹਿਬ ਨੂੰ ਮਿਲ ਕੇ ਆਏ ਹਾਂ, ਔਰ ਉਹਨਾਂ ਨੇ ਬੜੇ ਅੱਛੇ ਮਾਹੌਲ ਦੇ ਵਿੱਚ ਸਾਨੂੰ ਕੋਈ ਘੰਟੇ ਇੱਕ ਦਾ ਟਾਈਮ ਦਿੱਤਾ। ਜਿਹੜੇ ਜਿਹੜੇ ਮਸਲੇ ਉਹਨਾਂ ਨੇ ਦੱਸੇ ਨੇ ਸਾਨੂੰ, ਕੁਝ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਨਾ ਚਾਹਾਂਗਾ। ਇੱਕ ਉਹਨਾਂ ਨੇ ਕਿਹਾ ਕਿ 30 ਜੁਲਾਈ ਨੂੰ ਉਹਨਾਂ ਦੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਇੰਟੀਰੀਅਰ ਸਿਕਿਉਰਿਟੀ ਦੇ ਵੀ ਇੱਥੋਂ ਦੇ ਮਿਨਿਸਟਰੀ ਦੇ ਵੀ ਰਿਪਰੈਜ਼ੈਂਟੇਟਿਵ ਸੀਗੇ, ਔਰ ਫੋਰਨ ਮਿਨਿਸਟਰੀ ਦੇ ਵੀ ਰਿਪਰੈਜ਼ੈਂਟੇਟਿਵ ਸੀਗੇ, ਔਰ ਉਹਨਾਂ ਨੇ ਇਹ ਇੱਕ ਮੰਨੀ ਹੈ ਗੱਲ ਕਿ ਕਿਸੇ ਵੀ ਤਰੀਕੇ ਨਾਲ ਕਿਸੇ ਸਿੱਖ ਦੀ ਜਿਹੜੀ ਪੱਗ ਹੈ ਉਹ ਨਹੀਂ ਉਤਾਰੀ ਜਾਏਗੀ, ਭਾਵੇਂ ਉਹ ਫਰਾਂਸ ਨੂੰ ਕਿਸੇ ਵੀ ਪੋਰਟ ਤੋਂ, ਕਿਸੇ ਵੀ ਜਗ੍ਹਾ ਤੋਂ, ਭਾਵੇਂ ਬਾਏ ਸੀ ਆ ਰਿਹਾ ਜਾਂ ਬਾਏ ਏਅਰ ਆ ਰਿਹਾ ਜਾਂ ਬਾਏ ਰੋਡ ਆ ਰਿਹਾ, ਉਹ ਜਦੋਂ ਟੱਚ ਕਰਦਾ ਅਸੀਂ ਉਸ ਨੂੰ ਨਹੀਂ ਉਤਾਰਾਂਗੇ। ਇਟ ਇਜ਼ ਓਨਲੀ ਇਨ ਦੀ ਕੇਸ ਆਫ ਰੇਅਰੈਸਟ ਆਫ ਦੀ ਰੇਅਰ ਕਿ ਜੇ ਕਿਤੇ ਕੋਈ ਸਪੈਸੀਫਿਕ ਇਨਫੋਰਮੇਸ਼ਨ ਹੋਵੇ ਤਾਂ ਅਸੀਂ ਇਸ ਨੂੰ ਬਾਈਂਡ ਕਰਾਂਗੇ। ਇਹ ਵੀ ਅੰਬੈਸਡਰ ਸਾਹਿਬ ਨੇ ਦੱਸਿਆ ਕਿ ਸਾਡੀ ਉਹਨਾਂ ਨਾਲ ਗੱਲਬਾਤ ਚੱਲਦੀ ਪਈ ਹੈ, ਉਹ ਕਿ ਜਿਵੇਂ ਇੱਥੇ ਡਰਾਈਵਿੰਗ ਲਾਇਸੈਂਸ ਵਾਸਤੇ ਪੱਗ ਲਾਹਣੀ ਪੈਂਦੀ ਹੈ, ਉਸ ਗੱਲ 'ਤੇ ਹਲੇ ਉਹ ਰਾਜੀ ਨਹੀਂ ਹੋਏ। ਉਹ ਕਹਿੰਦੇ ਸਾਡੀ ਗੱਲ ਚੱਲਦੀ ਪਈ ਹੈ, ਕਿਉਂਕਿ ਅੰਬੈਸਡਰ ਸਾਹਿਬ ਨੇ ਕਿਹਾ ਕਿ ਹੁਣ ਬਾਇਓਮੈਟ੍ਰਿਕਸ ਦਾ ਜ਼ਮਾਨਾ ਹੈਗਾ, ਆਈਜ਼ ਦੀ ਜਿਹੜਾ ਉਹਨਾਂ ਕੋਲ ਸਕੈਨ ਆ ਜਾਂਦਾ, ਉਹਦੇ ਨਾਲ ਸਾਰਾ ਕੁਛ ਹੀ ਆ ਜਾਂਦਾ, ਦਸਤਾਰ ਲਾਉਣ ਦੀ ਲੋੜ ਨਹੀਂ ਪੈਂਦੀ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਤੁਹਾਡੇ ਇੱਥੇ ਨਵੇਂ ਅੰਬੈਸਡਰ ਸਾਹਿਬ ਆਏ ਨੇ ਉਹ ਬੜੀ ਮਿਹਨਤ ਕਰ ਰਹੇ ਨੇ, ਔਰ ਆਲਰੇਡੀ 2 ਮੀਟਿੰਗਸ ਹੋ ਚੁੱਕੀਆਂ ਨੇ। ਇੱਥੋਂ ਦੇ ਡੈਲੀਗੇਸ਼ਨ ਨੂੰ ਵੀ ਮੈਂ ਉਹਨਾਂ ਦੇ ਵਾਸਤੇ ਕੋਲੋਂ ਟਾਈਮ ਮੰਗਿਆ, ਅਤੇ ਉਹਨਾਂ ਨੇ ਕਿਹਾ ਮੰਡੇ ਜਾਂ ਟਿਊਜ਼ਡੇ ਜਦੋਂ ਵੀ ਇੱਥੋਂ ਦੇ ਲੋਕ ਮੇਰੇ ਕੋਲ ਆਉਣਾ ਚਾਹਣ, ਮੈਂ ਸਰ ਗੁਰਦਿਆਲ ਸਿੰਘ ਹੋਰਾਂ ਨਾਲ ਗੱਲ ਕੀਤੀ ਹੈ ਕਿ ਇੱਕ ਵਾਰੀ ਜ਼ਰੂਰ ਮਿਲ ਕੇ ਆਓ, ਜੋ ਕੰਮ ਉਹ ਕਰ ਰਹੇ ਨੇ ਉਹ ਸਮਝ ਕੇ ਆਓ, ਔਰ ਜਿਹੜੀਆਂ ਪ੍ਰੋਬਲਮਸ ਸਾਨੂੰ ਫੇਸ ਕਰ ਰਹੇ ਹੋ ਉਹ ਵੀ ਤੁਹਾਡੀਆਂ ਪ੍ਰੋਬਲਮਸ ਉਹਨਾਂ ਦਾ ਦੱਸੀਆਂ। ਪਰ ਮੈਂ ਚਾਹਾਂਗਾ ਕਿ ਇੱਥੋਂ ਦੀ ਲੋਕਲ ਕਮਿਊਨਿਟੀ ਇੱਕ ਵਾਰੀ ਜ਼ਰੂਰ ਜਾਵੇ, ਉਹਨਾਂ ਨੂੰ ਮਿਲ ਕੇ ਆਵੇ, ਔਰ ਜਿਹੜੇ ਪਾਸਪੋਰਟਸ ਦੀ ਪ੍ਰੋਬਲਮਸ ਨੇ ਜਾਂ ਜਿਹੜੇ ਇਨਫੈਂਟਸ ਦੇ ਪਾਸਪੋਰਟ ਦੀ ਪ੍ਰੋਬਲਮ ਹੈ, ਜਿਹੜੇ ਹੁਣ ਮੇਜਰ ਹੋ ਚੁੱਕੇ ਨੇ ਉਹਨਾਂ ਦੀਆਂ ਹੋਰ ਪ੍ਰੋਬਲਮਸ ਨੇ, ਲੰਬਾ ਇਸ਼ੂ ਹੈ, ਮੈਂ ਉਸ 'ਚ ਨਹੀਂ ਜਾਣਾ ਚਾਹਾਂਗਾ। ਜਦੋਂ ਇੱਥੋਂ ਦਾ ਡੈਲੀਗੇਸ਼ਨ ਜਾਏਗਾ ਉਹ ਅੰਬੈਸਡਰ ਸਾਹਿਬ ਨਾਲ ਆਪ ਆਪਣੇ ਮਸਲਿਆਂ ਦੇ ਉੱਤੇ ਗੱਲ ਕਰ ਲਏਗਾ। ਲੇਕਿਨ ਉਹ ਲੱਗੇ ਹੋਏ ਨੇ ਕਿ ਜਿਹੜੀਆਂ ਸੜਕਾਂ ਦੇ ਉੱਤੇ ਲਾਇਸੈਂਸ ਵਗੈਰਾ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ, ਕੋਈ ਵੀ ਆਈ ਕਾਰਡ ਬਣਾਉਣ 'ਚ ਉਸ ਨੂੰ ਦੂਰ ਕੀਤਾ ਜਾਵੇ। ਅਤੇ ਮੈਂ ਸਮਝਦਾ ਦਿੱਲੀ ਕਮੇਟੀ ਵੱਲੋਂ ਮੇਰੇ ਜਨਰਲ ਸੈਕਟਰੀ ਸਾਹਿਬ ਸਰ ਮਨਜਿੰਦਰ ਸਿੰਘ ਸਿਰਸਾ, ਔਰ ਸਾਡੇ ਇੰਟਰਨੈਸ਼ਨਲ ਅਫੇਅਰਸ ਦੇ ਜਿਹੜੇ ਐਡਵਾਈਜ਼ਰ ਨੇ ਪੁਨੀਤ ਚੰਡੋਕ ਜੀ, ਅਸੀਂ ਬਹੁਤ ਛੇਤੀ ਦਿੱਲੀ 'ਚ ਸਾਰੀ ਅੰਬੈਸੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਾਂ, ਔਰ ਮੇਰਾ ਖਿਆਲ ਹੈ ਦਸੰਬਰ ਔਰ ਫਰਵਰੀ ਦੇ ਵਿੱਚ ਦੀ ਕੋਈ ਡੇਟ ਰੱਖਾਂਗੇ। ਅਸੀਂ ਇੰਟਰਨੈਸ਼ਨਲ ਕਨਵੈਨਸ਼ਨ ਕਰਾਂਗੇ ਦਿੱਲੀ ਦੇ ਵਿੱਚ, ਔਰ ਦਿੱਲੀ ਕਮੇਟੀ ਉਸ ਨੂੰ ਲੀਡ ਕਰੇਗੀ, ਜਿਹਦੇ 'ਚ ਅਸੀਂ ਸਾਰੇ ਮੁਲਕਾਂ ਦੇ ਅੰਬੈਸਡਰ ਬੁਲਾਵਾਂਗੇ, ਔਰ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਤੁਹਾਡੇ ਰਿਪਰੈਜ਼ੈਂਟੇਟਿਵਸ ਨੇ, ਭਾਵੇਂ ਯੂਰਪ 'ਚ ਨੇ, ਭਾਵੇਂ ਆਸਟ੍ਰੇਲੀਆ 'ਚ ਨੇ, ਭਾਵੇਂ ਉਹ ਅਮਰੀਕਾ 'ਚ ਨੇ, ਕੈਨੇਡਾ 'ਚ ਨੇ, ਅਫਰੀਕਾ 'ਚ ਨੇ, ਅਸੀਂ ਸਾਰੇ ਰਿਪਰੈਜ਼ੈਂਟੇਟਿਵਸ ਬੁਲਾਵਾਂਗੇ, ਉਹਨਾਂ ਦੀਆਂ ਕੀ ਕੀ ਦਿੱਕਤਾਂ ਨੇ ਉਹ ਉਹਨਾਂ ਤੋਂ ਜਾਣੂ ਕਰਾਵਾਂਗੇ, ਔਰ ਦਿੱਲੀ ਕਮੇਟੀ ਇੱਕ ਵੱਡਾ ਰੋਲ ਪਲੇ ਕਰੇਗੀ। ਔਰ ਉਹਦੇ ਵਿੱਚ ਜਦੋਂ ਅਸੀਂ ਦਿੱਲੀ ਕਮੇਟੀ ਕਹਿ ਰਹੇ ਹਾਂ, ਉਦੋਂ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਜਾਂ ਬਾਦਲ ਸਰਕਾਰ 'ਚ ਕੋਈ ਫਰਕ ਨਹੀਂ, ਕਿਉਂਕਿ ਤਿੰਨਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਵੇਲੇ ਪਹਿਰਾ ਹੈ, ਉਹਨਾਂ ਨੂੰ ਸੇਵਾ ਮਿਲੀ ਹੋਈ ਹੈ। ਸੋ ਇਸ ਕਰਕੇ ਇੱਕ ਨੋਡਲ ਪੁਆਇੰਟ ਜਿਹੜਾ ਹੈਗਾ ਉਹ ਦਿੱਲੀ ਕਮੇਟੀ ਦੇ ਹਵਾਲੇ ਹੈ, ਔਰ ਪੂਰਾ ਅਕਾਲੀ ਦਲ, ਪੂਰਾ ਸਰਕਾਰ ਔਰ SGPC ਤੁਹਾਡੇ ਨਾਲ ਖੜੀ ਹੈ, ਮੋਢੇ ਨਾਲ ਮੋਢਾ ਲਾ ਕੇ ਖੜੀ ਹੈ, ਔਰ ਜੋ ਵੀ ਇਸ਼ੂਜ਼ ਹੋਣਗੇ ਇਸ ਨੂੰ ਅਸੀਂ ਪੂਰੀ ਤਨਦੇਹੀ ਦੇ ਨਾਲ ਚੁੱਕਾਂਗੇ। ਦੂਜੀ ਗੱਲ 1984 ਬਾਰੇ ਮੈਨੂੰ ਕਿਹਾ ਗਿਆ ਸੀਗਾ ਕਿ ਉਹਦੇ ਵਿੱਚ ਜੋ ਕੁਝ ਅੱਜ ਤੱਕ ਹੋਇਆ ਉਹਦਾ ਕੁਛ ਨਾ ਕੁਛ ਲੋਕਾਂ ਨੂੰ ਜ਼ਰੂਰ ਅਸੀਂ ਉਸ ਤੋਂ ਜਾਣੂ ਕਰਾਈਏ। ਅਤੇ ਮੈਂ ਸਮਝਦਾ ਵਾਂ ਕੁਛ ਜਿਹੜੇ ਫੈਕਟਸ ਨੇ
ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂ। ਜਿਹੜੀ ਆਫੀਸ਼ੀਅਲ ਫਿਗਰਸ ਹੈ ਕਿਲਿੰਗਸ ਦੀ ਦਿੱਲੀ 'ਚ ਕੱਲੀ, ਉਹ 2733 2733 ਨੇ। ਜਿਹੜੇ ਹਿਊਮਨ ਰਾਈਟ ਗਰੁੱਪਸ ਨੇ ਉਹਨਾਂ ਦੀ ਜਿਹੜੀ ਡਾਟਾ ਹੈ ਉਹ 4000 ਸਿੱਖਾਂ ਦਾ ਬਣਦਾ ਹੈ। ਗਵਰਨਮੈਂਟ ਤੇ ਚਾਹਵੇ ਤਾਂ ਸ਼ਾਇਦ ਉਹ ਇਸ ਨੂੰ 27 ਬੰਦਿਆਂ ਤੇ ਮੁਕਾ ਦੇਵੇ, ਲੇਕਿਨ ਜੋ ਸਾਡੇ ਕੋਲ ਜਿਨ੍ਹਾਂ ਦੇ ਰਿਕਾਰਡਸ ਨੇ ਸਾਡੇ ਕੋਲ ਔਰ ਜਿਹੜੇ ਅਨਰਿਕਾਰਡਡ ਚਲੇ ਗਏ ਉਹਨਾਂ ਦਾ ਕੋਈ ਕੁਛ ਨਹੀਂ ਕਿਹਾ ਜਾ ਸਕਦਾ। ਹਲੇ ਤੱਕ ਓਨਲੀ 11 ਮਰਡਰ ਕੇਸਿਸ ਰਿਜ਼ਲਟਡ ਇਨਟੂ ਕਨਵਿਕਸ਼ਨ। Only 28% has been convicted for murder and given life imprisonment. No one is given death penalty. At present, about 4 cases are pending in trial courts and 2 cases are